दुनिया च मचाई हलचल। चीन ने लॉन्च किया नवा डीपसीक एआई मॉडल। दुनिया भर च चर्चा का विषय बनया डीपसीक। डीपसीक एआई ने उड़ाई अमरीकी दिग्गजां दी नींद। सत श्री अकाल, मैं कीमतपाल कौर ते तुसीं वेख रहे हो दैनिक सवेरा। ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਆਉਂਦੀ ਹੈ ਤਾਂ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਤੇ ਯੂਰਪ ਤੇ ਹੁੰਦੀਆਂ ਹਨ, ਪਰ ਇਸ ਵਾਰ ਚੀਨ ਨੇ ਅਜਿਹਾ ਕਦਮ ਚੁੱਕਿਆ ਜਿਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਡੀਪਸੀਕ ਹੈ ਕੀ ਤੇ ਉਹ ਵਿਅਕਤੀ ਕੌਣ ਹੈ ਜਿਸ ਨੇ ਇਸ ਨੂੰ ਬਣਾਇਆ ਹੈ। ਡੀਪਸੀਕ ਏਆਈ ਚਾਈਨਾ ਦਾ ਆਪਣਾ AI ਚੈਟਬੋਟ ਡੀਪਸੀਕ ਬਾਜ਼ਾਰ ਵਿੱਚ ਆਉਂਦੇ ਹੀ ਹਲਚਲ ਮਚਾ ਰਿਹਾ ਹੈ। ਇਹ ਨਾ ਸਿਰਫ ਟੈਕਨੋਲੋਜੀ ਦੀ ਦੁਨੀਆ ਵਿੱਚ ਹਲਚਲ ਮਚ ਗਈ ਹੈ, ਸਗੋਂ ਨਵੀਡੀਆ ਵਰਗੀਆਂ ਵੱਡੀਆਂ ਅਮਰੀਕੀ ਕੰਪਨੀਆਂ ਦੇ ਸ਼ੇਅਰ ਵੀ ਸਫਾਇਆ ਹੋ ਗਏ ਨੇ। ਸੋਮਵਾਰ ਨੂੰ AI ਚਿਪਸ ਦੇ ਪ੍ਰਮੁੱਖ ਸਪਲਾਇਰ NVIDIA ਦੇ ਸ਼ੇਅਰ 14% ਤੋਂ ਵੱਧ ਡਿੱਗ ਗਏ, ਜਿਸ ਨਾਲ ਬਾਜ਼ਾਰ ਮੁੱਲ ਵਿੱਚ $500 ਬਿਲੀਅਨ ਤੋਂ ਵੱਧ ਦਾ ਨੁਕਸਾਨ ਹੋਇਆ। ਚਾਈਨਾ ਦਾ ਡੀਪਸੀਕ AI ਅਮਰੀਕਾ ਲਈ ਚੁਣੌਤੀ ਬਣ ਗਿਆ। ਡੋਨਾਲਡ ਟਰੰਪ ਨੇ ਕਿਹਾ ਕਿ ਚੀਨੀ ਸਟਾਰਟਅਪ ਡੀਪਸੀਕ ਦੀ ਟੈਕਨੋਲੋਜੀ ਅਮਰੀਕੀ ਕੰਪਨੀਆਂ ਲਈ ਪ੍ਰੇਰਣਾ ਦਾ ਕੰਮ ਕਰੇਗੀ। ਇਹ ਚੰਗੀ ਗੱਲ ਹੈ ਕਿ ਚੀਨੀ ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਸੇਵਾਵਾਂ ਨੂੰ ਤੇਜ਼ ਅਤੇ ਸਸਤੇ ਢੰਗ ਨਾਲ ਪ੍ਰਦਾਨ ਕਰਨ ਲਈ ਕੰਮ ਕਰ ਰਹੀਆਂ ਹਨ। ਨਾਲ ਹੀ ਟਰੰਪ ਨੇ ਆਪਣੀ ਕੰਪਨੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਚੀਨੀ ਕੰਪਨੀ ਦੀ ਡੀਪਸੀਕ ਸਾਡੇ ਉਦਯੋਗਾਂ ਲਈ ਇੱਕ ਚੇਤਾਵਨੀ ਹੈ। ਸਾਨੂੰ ਜਿੱਤਣ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਨੀ ਪਵੇਗੀ, ਨਹੀਂ ਤਾਂ ਇਹ ਹੋਰ ਵੀ ਅੱਗੇ ਵਧੇਗਾ। ਪਿਛਲੇ ਸੋਮਵਾਰ ਯਾਨੀ ਕਿ 20 ਜਨਵਰੀ ਨੂੰ ਲਾਂਚ ਹੋਣ ਦੇ ਇੱਕ ਹਫ਼ਤੇ ਦੇ ਅੰਦਰ ਹੀ ਇਹ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਡੀਪਸੀਕ ਐਪਲ ਐਪ ਸਟੋਰ ਤੇ ਡਾਊਨਲੋਡ ਚਾਰਟ ਦੇ ਵਿੱਚ ਟੌਪ ਤੇ ਪਹੁੰਚ ਚੁੱਕਿਆ ਹੈ। ਟਿਮ ਕੁਕ, ਐਲਨ ਮਸਕ, ਸੈਮ ਆਲਟਮੈਨ ਅਤੇ ਲਿਆਂਗ ਵੈਨਫਿਗ। ਸ਼ੁਰੂਆਤ ਦੇ 3 ਨਾਂ ਤਾਂ ਤੁਸੀਂ ਸ਼ਾਇਦ ਜ਼ਰੂਰ ਜਾਣਦੇ ਹੋਵੋਗੇ, ਕਿਉਂਕਿ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਇਹ ਤਿੰਨੋਂ ਨਾਂ ਅਕਸਰ ਚਰਚਾ ਵਿੱਚ ਰਹਿੰਦੇ ਹਨ। ਪਰ ਚੌਥੇ ਤੇ ਆਖਰੀ ਨਾਂ ਬਾਰੇ ਇਸ ਵੇਲੇ ਪੂਰੀ ਦੁਨੀਆ ਚਰਚਾ ਕਰ ਰਹੀ ਹੈ, ਕਿਉਂਕਿ ਇਹ ਉਹੀ ਸ਼ਖਸ ਜਿਸ ਨੇ ਦੁਨੀਆ ਨੂੰ ਪਾਵਰਫੁਲ ਚੀਨੀ AI ਮਾਡਲ ਡੀਪਸੀਕ ਦਿੱਤਾ ਹੈ। ਲਿਆਂਗ ਵੈਨਫੈਂਗ ਇਹ ਨਾਮ ਹੁਣ ਗਲੋਬਲ AI ਉਦਯੋਗ ਵਿੱਚ ਤੇਜ਼ੀ ਦੇ ਨਾਲ ਉੱਭਰ ਰਿਹਾ ਹੈ। ਲਿਆਂਗ ਵੈਨਫੈਂਗ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ AI ਨੂੰ ਆਪਣੇ ਕਾਰੋਬਾਰ ਦਾ ਕੇਂਦਰ ਬਣਾਇਆ। 2019 ਦੇ ਵਿੱਚ ਉਸਨੇ ਹਾਈ ਫਲਾਇਰ AI ਲਾਂਚ ਕੀਤਾ, ਪਰ ਅਸਲ ਧਮਾਕਾ 2023 ਵਿੱਚ ਹੋਇਆ ਜਦੋਂ ਉਸਨੇ ਡੀਪਸੀਕ ਦੀ ਨੀਂਹ ਰੱਖੀ। ਇਹ AI ਦੀ ਸਭ ਤੋਂ ਗੁੰਝਲਦਾਰ ਟੈਕਨੋਲੋਜੀ ਯਾਨੀ ਕਿ AGI ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ ਤੇ ਕੇਂਦਰਿਤ ਹੈ। ਡੀਪਸੀਕ AI ਬਣਾਉਣ ਦੀ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਡੀਪਸੀਕ ਨੂੰ ਬਣਾਉਣ ਲਈ ਲਿਆਂਗ ਨੇ ਚੀਨ ਵਿੱਚ ਉਪਲਬਧ ਪੁਰਾਣੇ ਅਤੇ ਸਸਤੇ ਚਿਪਸ ਦੀ ਵਰਤੋਂ ਕੀਤੀ। ਇੰਨਾ ਹੀ ਨਹੀਂ, ਡੀਪਸੀਕ ਦੀ ਕੁੱਲ ਲਾਗਤ ਲਗਭਗ $6 ਮਿਲੀਅਨ ਯਾਨੀ ਕਿ 52 ਕਰੋੜ ਰੁਪਏ ਸੀ। ਇਹ ਖਰਚਾ ChatGPT ਬਣਾਉਣ ਦੇ ਖਰਚ ਕੀਤੀ ਗਈ ਰਕਮ ਨਾਲੋਂ 10 ਗੁਣਾ ਤੱਕ ਘੱਟ ਹੈ। ਇਸ ਦੇ ਬਾਵਜੂਦ ਵੀ ਡੀਪਸੀਕ ਨੇ ਨਾ ਸਿਰਫ ਬਾਜ਼ਾਰ ਵਿੱਚ ਆਪਣੀ ਜਗ੍ਹਾ ਬਣਾਈ, ਬਲਕਿ ਨਵੀਡੀਆ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਸਿੱਧਾ ਮੁਕਾਬਲਾ ਵੀ ਦਿੱਤਾ। ਪਰ ਕੀ ਡੀਪਸੀਕ ਭਵਿੱਖ ਵਿੱਚ ChatGPT ਨੂੰ ਚੁਣੌਤੀ ਦੇ ਸਕਦਾ ਹੈ? ਇਹ ਕਹਿਣਾ ਮੁਸ਼ਕਿਲ ਹੈ, ਪਰ ਇੱਕ ਗੱਲ ਪੱਕੀ ਹੈ ਕਿ ਹੁਣ AI ਦੀ ਦੁਨੀਆ ਵਿੱਚ ਮੁਕਾਬਲਾ ਹੋਰ ਵੀ ਦਿਲਚਸਪ ਹੋਣ ਵਾਲਾ ਹੈ। ਸਤਿ ਸ਼੍ਰੀ ਅਕਾਲ, ਮੈਂ ਕੀਮਤਪਾਲ ਕੌਰ ਤੇ ਤੁਸੀਂ ਵੇਖ ਰਹੇ ਹੋ दैनिक ਸਵੇਰਾ। ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਆਉਂਦੀ ਹੈ ਤਾਂ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਤੇ ਯੂਰਪ ਤੇ ਹੁੰਦੀਆਂ ਹਨ, ਪਰ ਇਸ ਵਾਰ ਚੀਨ ਨੇ ਅਜਿਹਾ ਕਦਮ ਚੁੱਕਿਆ ਜਿਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਡੀਪਸੀਕ ਹੈ ਕੀ ਤੇ ਉਹ ਵਿਅਕਤੀ ਕੌਣ ਹੈ ਜਿਸ ਨੇ ਇਸ ਨੂੰ ਬਣਾਇਆ ਹੈ। ਡੀਪਸੀਕ AI ਚਾਈਨਾ ਦਾ ਆਪਣਾ AI ਚੈਟਬੋਟ ਡੀਪਸੀਕ ਬਾਜ਼ਾਰ ਵਿੱਚ ਆਉਂਦੇ ਹੀ ਹਲਚਲ ਮਚਾ ਰਿਹਾ ਹੈ। ਇਹ ਨਾ ਸਿਰਫ ਟੈਕਨੋਲੋਜੀ ਦੀ ਦੁਨੀਆ ਵਿੱਚ ਹਲਚਲ ਮਚ ਗਈ ਹੈ, ਸਗੋਂ ਨਵੀਡੀਆ ਵਰਗੀਆਂ ਵੱਡੀਆਂ ਅਮਰੀਕੀ ਕੰਪਨੀਆਂ ਦੇ ਸ਼ੇਅਰ ਵੀ ਸਫਾਇਆ ਹੋ ਗਏ ਨੇ। ਸੋਮਵਾਰ ਨੂੰ AI ਚਿਪਸ ਦੇ ਪ੍ਰਮੁੱਖ ਸਪਲਾਇਰ NVIDIA ਦੇ ਸ਼ੇਅਰ 14% ਤੋਂ ਵੱਧ ਡਿੱਗ ਗਏ, ਜਿਸ ਨਾਲ ਬਾਜ਼ਾਰ ਮੁੱਲ ਵਿੱਚ $500 ਬਿਲੀਅਨ ਤੋਂ ਵੱਧ ਦਾ ਨੁਕਸਾਨ ਹੋਇਆ। ਚਾਈਨਾ ਦਾ ਡੀਪਸੀਕ AI ਅਮਰੀਕਾ ਲਈ ਚੁਣੌਤੀ ਬਣ ਗਿਆ। ਡੋਨਾਲਡ ਟਰੰਪ ਨੇ ਕਿਹਾ ਕਿ ਚੀਨੀ ਸਟਾਰਟਅਪ ਡੀਪਸੀਕ ਦੀ ਟੈਕਨੋਲੋਜੀ ਅਮਰੀਕੀ ਕੰਪਨੀਆਂ ਲਈ ਪ੍ਰੇਰਣਾ ਦਾ ਕੰਮ ਕਰੇਗੀ। ਇਹ ਚੰਗੀ ਗੱਲ ਹੈ ਕਿ ਚੀਨੀ ਕੰਪਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਸੇਵਾਵਾਂ ਨੂੰ ਤੇਜ਼ ਅਤੇ ਸਸਤੇ ਢੰਗ ਨਾਲ ਪ੍ਰਦਾਨ ਕਰਨ ਲਈ ਕੰਮ ਕਰ ਰਹੀਆਂ ਹਨ।
ਨਾਲ ਹੀ ਟਰੰਪ ਨੇ ਆਪਣੀ ਕੰਪਨੀਆਂ ਨੂੰ ਵੀ ਚੇਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਚੀਨੀ ਕੰਪਨੀ ਦੀ ਡੀਪਸੀਕ ਸਾਡੇ ਉਦਯੋਗਾਂ ਲਈ ਇੱਕ ਚੇਤਾਵਨੀ ਹੈ। ਸਾਨੂੰ ਜਿੱਤਣ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਨੀ ਪਵੇਗੀ, ਨਹੀਂ ਤਾਂ ਇਹ ਹੋਰ ਵੀ ਅੱਗੇ ਵਧੇਗਾ। ਪਿਛਲੇ ਸੋਮਵਾਰ ਯਾਨੀ ਕਿ 20 ਜਨਵਰੀ ਨੂੰ ਲਾਂਚ ਹੋਣ ਦੇ ਇੱਕ ਹਫ਼ਤੇ ਦੇ ਅੰਦਰ ਹੀ ਇਹ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਡੀਪਸੀਕ ਐਪਲ ਐਪ ਸਟੋਰ ਤੇ ਡਾਊਨਲੋਡ ਚਾਰਟ ਦੇ ਵਿੱਚ ਟੌਪ ਤੇ ਪਹੁੰਚ ਚੁੱਕਿਆ ਹੈ। ਟਿਮ ਕੁਕ, ਐਲਨ ਮਸਕ, ਸੈਮ ਆਲਟਮੈਨ ਅਤੇ ਲਿਆਂਗ ਵੈਨਫਿਗ। ਸ਼ੁਰੂਆਤ ਦੇ 3 ਨਾਂ ਤਾਂ ਤੁਸੀਂ ਸ਼ਾਇਦ ਜ਼ਰੂਰ ਜਾਣਦੇ ਹੋਵੋਗੇ, ਕਿਉਂਕਿ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਇਹ ਤਿੰਨੋਂ ਨਾਂ ਅਕਸਰ ਚਰਚਾ ਵਿੱਚ ਰਹਿੰਦੇ ਹਨ। ਪਰ ਚੌਥੇ ਤੇ ਆਖਰੀ ਨਾਂ ਬਾਰੇ ਇਸ ਵੇਲੇ ਪੂਰੀ ਦੁਨੀਆ ਚਰਚਾ ਕਰ ਰਹੀ ਹੈ, ਕਿਉਂਕਿ ਇਹ ਉਹੀ ਸ਼ਖਸ ਜਿਸ ਨੇ ਦੁਨੀਆ ਨੂੰ ਪਾਵਰਫੁਲ ਚੀਨੀ AI ਮਾਡਲ ਡੀਪਸੀਕ ਦਿੱਤਾ ਹੈ। ਲਿਆਂਗ ਵੈਨਫੈਂਗ ਇਹ ਨਾਮ ਹੁਣ ਗਲੋਬਲ AI ਉਦਯੋਗ ਵਿੱਚ ਤੇਜ਼ੀ ਦੇ ਨਾਲ ਉੱਭਰ ਰਿਹਾ ਹੈ। ਲਿਆਂਗ ਵੈਨਫੈਂਗ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ AI ਨੂੰ ਆਪਣੇ ਕਾਰੋਬਾਰ ਦਾ ਕੇਂਦਰ ਬਣਾਇਆ। 2019 ਦੇ ਵਿੱਚ ਉਸਨੇ ਹਾਈ ਫਲਾਇਰ AI ਲਾਂਚ ਕੀਤਾ, ਪਰ ਅਸਲ ਧਮਾਕਾ 2023 ਵਿੱਚ ਹੋਇਆ ਜਦੋਂ ਉਸਨੇ ਡੀਪਸੀਕ ਦੀ ਨੀਂਹ ਰੱਖੀ। ਇਹ AI ਦੀ ਸਭ ਤੋਂ ਗੁੰਝਲਦਾਰ ਟੈਕਨੋਲੋਜੀ ਯਾਨੀ ਕਿ AGI ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ ਤੇ ਕੇਂਦਰਿਤ ਹੈ। ਡੀਪਸੀਕ AI ਬਣਾਉਣ ਦੀ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਡੀਪਸੀਕ ਨੂੰ ਬਣਾਉਣ ਲਈ ਲਿਆਂਗ ਨੇ ਚੀਨ ਵਿੱਚ ਉਪਲਬਧ ਪੁਰਾਣੇ ਅਤੇ ਸਸਤੇ ਚਿਪਸ ਦੀ ਵਰਤੋਂ ਕੀਤੀ। ਇੰਨਾ ਹੀ ਨਹੀਂ, ਡੀਪਸੀਕ ਦੀ ਕੁੱਲ ਲਾਗਤ ਲਗਭਗ $6 ਮਿਲੀਅਨ ਯਾਨੀ ਕਿ 52 ਕਰੋੜ ਰੁਪਏ ਸੀ। ਇਹ ਖਰਚਾ ChatGPT ਬਣਾਉਣ ਦੇ ਖਰਚ ਕੀਤੀ ਗਈ ਰਕਮ ਨਾਲੋਂ 10 ਗੁਣਾ ਤੱਕ ਘੱਟ ਹੈ। ਇਸ ਦੇ ਬਾਵਜੂਦ ਵੀ ਡੀਪਸੀਕ ਨੇ ਨਾ ਸਿਰਫ ਬਾਜ਼ਾਰ ਵਿੱਚ ਆਪਣੀ ਜਗ੍ਹਾ ਬਣਾਈ, ਬਲਕਿ ਨਵੀਡੀਆ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਸਿੱਧਾ ਮੁਕਾਬਲਾ ਵੀ ਦਿੱਤਾ। ਪਰ ਕੀ ਡੀਪਸੀਕ ਭਵਿੱਖ ਵਿੱਚ ChatGPT ਨੂੰ ਚੁਣੌਤੀ ਦੇ ਸਕਦਾ ਹੈ? ਇਹ ਕਹਿਣਾ ਮੁਸ਼ਕਲ ਹੈ, ਪਰ ਇੱਕ ਗੱਲ ਪੱਕੀ ਹੈ ਕਿ ਹੁਣ AI ਦੀ ਦੁਨੀਆ ਵਿੱਚ ਮੁਕਾਬਲਾ ਹੋਰ ਵੀ ਦਿਲਚਸਪ ਹੋਣ ਵਾਲਾ ਹੈ।